ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਸਤਿਗੁਰੂ ਜੀ 388 ਤੇ 399 ਤੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਪਾਵਨ ਉਪਦੇਸ਼ ਬਖਸ਼ ਰਹੇ ਹਨ। ਸੋ ਪ੍ਰਸ਼ਨ ਕਰਦੇ ਹਨ ਕਿ ਮਹਾਰਾਜ ਪਰਮੇਸ਼ਰ ਦੇ ਸੰਤ ਜਨਾਂ ਦਾ ਪਰਮੇਸ਼ਰ ਨਾਲ ਕਿਸ ਪ੍ਰਕਾਰ ਦਾ ਪਿਆਰ ਹੁੰਦਾ। ਤਾਂ ਸਤਿਗੁਰੂ ਜੀ ਉੱਤਰ ਵਿੱਚ ਇਹ ਸ਼ਬਦ ਉਚਾਰਦੇ ਹੋਏ ਫਰਮਾਉਂਦੇ ਹਨ ਕਿ ਉਹ ਸੰਤ ਪ੍ਰਭੂ ਨੂੰ ਕਹਿੰਦੇ ਹਨ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ। ਹੇ ਵਾਹਿਗੁਰੂ, ਤੂੰ ਸਾਡਾ ਤਰੰਗ ਕਹੀਏ ਜਲ ਰੂਪ ਹੈ ਅਤੇ ਅਸੀਂ ਤੁਹਾਡੇ ਵਿੱਚ ਰਹਿਣ ਵਾਲੇ ਮੀਨ ਮੱਛੀ ਦੀ ਨਿਆਈ ਹਾਂ। ਅਰਥਾਤ ਮਹਾਰਾਜ ਆਪ ਜੀ ਦਾ ਸਰੂਪ ਜਲ ਦੀ ਨਿਆਈ ਨਿਰਮਲ ਹੈ ਅਤੇ ਸਾਡਾ ਮਨ ਮੱਛ ਦੀ ਨਿਆਈ ਤੁਹਾਡੇ ਸਰੂਪ ਵਿੱਚ ਲਿਵ ਲਗਾ ਕਰਕੇ ਰਹਿੰਦਾ ਹੈ। ਤੂੰ ਸਾਡਾ ਠਾਕੁਰ ਮਾਲਕ ਹੈ, ਅਸੀਂ ਤੁਹਾਡੇ ਦੁਆਰੇ ਦਰਵਾਜ਼ੇ ਦੇ ਸੇਵਕ ਹਾਂ। ਤੂੰ ਮੇਰਾ ਕਰਤਾ ਹੋ ਸੇਵਕ ਤੇਰਾ, ਸਰਣ ਗਹੀ ਪ੍ਰਭ ਗੁਨੀ ਗਹੇਰਾ ਰਹਾਉ। ਹੇ ਵਾਹਿਗੁਰੂ, ਤੂੰ ਸਾਡਾ ਕਰਤਾ ਰਚਨਹਾਰ ਹੈ, ਮੈਂ ਤੇਰਾ ਕੀਏ ਤੁਹਾਡਾ ਸੇਵਕ ਦਾਸ ਹਾਂ। ਹੇ ਗੁਨੀ ਗੁਣਾਂ ਦੇ ਗਹਿਰਾ ਸਮੁੰਦਰ ਪ੍ਰਭੂ ਪਰਮੇਸ਼ਰ, ਅਸੀਂ ਤੁਹਾਡੀ ਸ਼ਰਨ ਓਟ ਗਹੀ ਗ੍ਰਹਿਣ ਕੀਤੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤੂੰ ਮੇਰਾ ਜੀਵਨ ਤੂੰ ਆਧਾਰ, ਤੁਝ ਹੈ ਭੇਖ ਬਿਗਸੈ ਕੌਲਾਰ। ਹੇ ਪਰਮੇਸ਼ਰ, ਤੂੰ ਸਾਡਾ ਜੀਵਨ ਜ਼ਿੰਦਗੀ ਜਾਨ ਰੂਪ ਹੈ। ਤੂੰ ਹੀ ਸਾਡਾ ਲੋਕ ਪਰਲੋਕ ਵਿੱਚ ਆਧਾਰ ਆਸਰਾ ਰੂਪ ਹੈ। ਹੇ ਪਰਮੇਸ਼ਰ, ਤੁਸੀਂ ਚੰਦਰਮਾ ਦੀ ਨਿਆਈ ਹੋ, ਤੁਹਾਨੂੰ ਦੇਖ ਕਰਕੇ ਸਾਡਾ ਹਿਰਦਾ ਕੌਲਾਰ ਕਹੀਏ ਕਮੀਆਂ ਦੀ ਨਿਆਈ ਬਿਗਸੈ ਖਿੜ ਜਾਂਦਾ ਹੈ। ਤੁਹਾਡਾ ਸਰੂਪ ਸੂਰਜ ਦੀ ਨਿਆਈ ਹੈ, ਤੁਹਾਨੂੰ ਵੇਖ ਕੇ ਸਾਡਾ ਹਿਰਦਾ ਕਮਲ ਖਿੜ ਜਾਂਦਾ ਹੈ। ਤੂੰ ਮੇਰੀ ਗਤ ਪਤ ਤੂੰ ਪਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਹੇ ਵਾਹਿਗੁਰੂ, ਤੂੰ ਹੀ ਸਾਡੀ ਗਤ ਮੁਕਤੀ ਕਰਨ ਵਾਲਾ ਹੈ, ਲੋਕ ਪਰਲੋਕ ਵਿੱਚ ਪਤ ਇੱਜ਼ਤ ਰੱਖਣ ਵਾਲਾ ਹੈ। ਤੂੰ ਹੀ ਸਾਨੂੰ ਆਪਣੀ ਦਰਗਾਹ ਵਿੱਚ ਪ੍ਰਵਾਨਿਕ ਕਰਨ ਵਾਲਾ ਹੈ। ਤੂੰ ਸਰਬ ਸ਼ਕਤੀਵਾਨ ਸਮਰੱਥ ਕਲਾ ਹੈ, ਮੈਨੂੰ ਤੇਰਾ ਤੁਹਾਡਾ ਹੀ ਤਾਣ ਬਲ ਹੈ। ਅਨ ਦਿਨ ਜਪੋ ਨਾਮ ਗੁਣ ਤਾਸ, ਨਾਨਕ ਕੀ ਪ੍ਰਭ ਪਹਿ ਅਰਦਾਸ। ਹੇ ਗੁਣਾਂ ਦੇ ਤਾਸ ਖਜ਼ਾਨੇ, ਅਸੀਂ ਅਨ ਦਿਨ ਰਾਤ ਦਿਨ ਹੀ ਇੱਕ ਰਸ ਆਪ ਜੀ ਦਾ ਨਾਮ ਹੀ ਜਪਦੇ ਹਾਂ। ਹੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਸਾਡੇ ਜਨਾਂ ਦੀ ਪ੍ਰਭੂ ਪਰਮੇਸ਼ਰ ਦੇ ਪਹਿ ਕੀਏ ਪਾਸ ਵੀ ਇਹੋ ਹੀ ਅਰਦਾਸ ਬੇਨਤੀ ਹੈ ਕਿ ਰਾਤ ਦਿਨ ਨਾਮ ਵਿੱਚ ਲਿਵ ਲਗਾ ਕਰਕੇ ਰੱਖੀਏ। ਸੋ ਅੱਗੇ ਜੋ ਪਾਵਨ ਸ਼ਬਦ ਆ ਰਿਹਾ, ਇੱਕ ਵਾਰੀ ਸਤਿਗੁਰੂ ਸਾਹਿਬ ਜੀ ਗੁਰੂ ਕੇ ਮਹਿਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਘਰ ਵਿੱਚ ਕੋਈ ਮਾਈ ਰੋ ਰਹੀ ਸੀ, ਜਿਸ ਦਾ ਕੋਈ ਸੰਬੰਧੀ ਆਦਿ ਚੜ੍ਹਾਈ ਕਰ ਗਿਆ। ਜਦੋਂ ਹੋਰ ਅੱਗੇ ਨੂੰ ਆਏ ਤਾਂ ਕਈ ਲੋਕ ਘਰ ਵਿੱਚ ਹੱਸ ਰਹੇ ਸਨ, ਨੱਚਦੇ ਟੱਪਦੇ ਖੁਸ਼ੀਆਂ ਮਨਾ ਰਹੇ ਸਨ। ਇਹਨਾਂ ਲੋਕਾਂ ਦੀ ਇਹ ਹਾਲਤ ਵੇਖ ਕੇ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹੋਏ ਫਰਮਾਉਂਦੇ ਹਨ। ਆਸਾ ਮਹੱਲਾ ਪੰਜਵਾ। ਰੋਵਨ ਹਾਰੈ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਜੋ ਮਰੇ ਹੋਇਆਂ ਨੂੰ ਰੋਣ ਵਾਲੇ ਹਨ, ਉਹਨਾਂ ਨੇ ਝੂਠ ਮਿੱਥਿਆ ਹੀ ਕਰਮਾਂ ਨੂੰ ਕਮਾਉਣਾ ਕੀਤਾ ਹੈ। ਜੋ ਝੂਠੇ ਸੰਸਾਰ ਵਿੱਚ ਝੂਠ ਦੀ ਕਮਾਈ ਕਰਦੇ ਹਨ, ਉਹ ਹੀ ਅੰਤ ਨੂੰ ਰੋਂਦੇ ਰਹਿੰਦੇ ਆ। ਜੋ ਹੱਸ ਹੱਸ ਖੁਸ਼ ਹੋ ਕੇ ਨੱਚ ਟੱਪ ਰਹੇ ਹਨ, ਉਹ ਬੇਗਾਨਾ ਬੇਸਮਝ ਲੋਕ ਵੀ ਅੰਤ ਨੂੰ ਸੋਗ ਗਮ ਹੀ ਕਰਤ ਕਰਦੇ ਰਹਿ ਜਾਂਦੇ ਆ। ਕਿਉਂਕਿ ਨੱਚ ਨੱਚ ਹੱਸੈ ਚੱਲਹਿ ਸੇ ਰੋਏ, ਕੋ ਮੂਆ ਕਾ ਕੈ ਘਰ ਗਾਵਨ, ਕੋ ਰੋਵੈ ਕੋ ਹੱਸ ਹੱਸ ਪਾਵਨ ਰਹਾਉ। ਸਤਿਗੁਰੂ ਫਰਮਾਉਂਦੇ, ਕੋਈ ਤਾਂ ਮਰਿਆ ਹੋਇਆ ਹੈ ਅਤੇ ਕਈਆਂ ਦੇ ਘਰ ਵਿੱਚ ਗਾਉਣੇ ਵਜਾਉਣੇ ਹੋ ਰਹੇ। ਕੋਈ ਮਰਿਆ ਹੋਇਆਂ ਨੂੰ ਰੋ ਰਿਹਾ ਅਤੇ ਕੋਈ ਹੱਸ ਹੱਸ
ਖੁਸ਼ ਹੋ ਕੇ ਪੈਂਦੇ ਹਨ, ਪੁੱਠੇ ਲੋਟ ਪੋਟ ਹੁੰਦੇ ਆ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ, ਬਾਲ ਵਿਵਸਥਾ ਤੇ ਬਿਰਧਾਨਾ, ਪਹੁੰਚ ਨਾ ਮੂਕਾ ਫਿਰ ਪਛਤਾਨਾ। ਇਹਨਾਂ ਖੁਸ਼ੀਆਂ ਗਮੀਆਂ ਵਿੱਚ ਜੀਵ ਬਚਪਨ ਦੀ ਅਵਸਥਾ ਤੋਂ ਬਿਰਧਾਨਾ ਬੁਢੇਪੇ ਤੱਕ ਪਹੁੰਚ ਗਿਆ, ਪਰ ਪਰਮੇਸ਼ਰ ਵੱਲ ਅੱਪੜ ਨਾ ਸਕਿਆ ਅਤੇ ਨਾ ਇਸ ਦਾ ਜੰਮਣ ਮਰਨ ਦਾ ਗੇੜਾ ਮੁੱਕ ਸਕਿਆ। ਮੁੜ ਕੇ ਪਛਤਾਨਾ ਪਛਚਾਤਾਪ ਹੀ ਕਰਦਾ ਰਹਿ ਜਾਂਦਾ ਹੈ। ਤ੍ਰੇਹੁ ਗੁਣ ਮਹਿ ਵਰਤੈ ਸੰਸਾਰਾ, ਨਰਕ ਸੁਰਗ ਫਿਰ ਅਵਤਾਰਾ। ਇਹ ਸਾਰਾ ਸੰਸਾਰਾ ਜਗਤ ਤਿੰਨਾਂ ਗੁਣਾਂ ਰਾਜਸੀ, ਤਾਮਸੀ, ਸਾਂਤਕੀ ਵਿੱਚ ਹੀ ਵਰਤ ਰਿਹਾ ਹੈ। ਇਸ ਕਰਕੇ ਮੁੜ ਕੇ ਨਰਕਾਂ ਅਤੇ ਸਵਰਗਾਂ ਵਿੱਚ ਉਤਪਤ ਹੁੰਦਾ ਰਹਿੰਦਾ, ਜੰਮਦਾ ਮਰਦਾ ਰਹਿੰਦਾ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਕਾ ਪਰਵਾਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਪੁਰਸ਼ਾਂ ਨੂੰ ਪਰਮੇਸ਼ਰ ਨੇ ਆਪਣੇ ਅੰਮ੍ਰਿਤ ਨਾਮ ਵਿੱਚ ਲਾਉਣਾ ਕੀਤਾ ਹੈ, ਉਹਨਾਂ ਦਾ ਮਨੁੱਖਾ ਜਨਮ ਸੰਸਾਰ ਵਿੱਚ ਵੀ ਸਫਲਾ ਹੈ, ਉਹ ਦਰਗਾਹ ਵਿੱਚ ਵੀ ਪ੍ਰਵਾਨਿਕ ਹਨ। ਆਸਾ ਮਹੱਲਾ ਪੰਜਵਾ। ਇਸ ਸ਼ਬਦ ਵਿੱਚ ਸਤਿਗੁਰੂ ਜੀ ਜਗਿਆਸੂ ਅਤੇ ਮਹਾਤਮਾ ਰੂਪੀ ਸਖੀ ਦਾ ਸੰਵਾਦ ਕਥਨ ਕਰਦੇ ਹਨ। ਸੋਇ ਰਹੀ ਪ੍ਰਭ ਖਬਰ ਨ ਜਾਨੀ, ਭੋਰ ਭਇਆ ਬਹੁਰ ਪਛਤਾਨੀ। ਹੇ ਮਹਾਤਮਾ ਜੀ, ਮੈਂ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੀ ਰਹੀ ਹਾਂ, ਪਰੰਤੂ ਪ੍ਰਭੂ ਪਰਮੇਸ਼ਰ ਦੇ ਸਿਮਰਨ ਭਜਨ ਦੀ ਖਬਰ ਜਾਣਕਾਰੀ ਨਹੀਂ ਜਾਣਨਾ ਕੀਤੀ। ਜਦੋਂ ਕਾਲ ਰੂਪੀ ਭੋਰ ਦਿਨ ਭਇਆ ਹੋ ਗਿਆ ਤਾਂ ਮੁੜ ਕੇ ਪਛਤਾਨੀ ਪਛਚਾਤਾਪ ਹੀ ਕਰਦੀ ਰਹਿ ਜਾਵਾਂਗੀ। ਪ੍ਰੇਮ ਸਹਿਜ ਮਨ ਆਨੰਦ ਧਰੋਰੀ। ਰੀ ਤੋਂ ਭਾਵ ਹੈ ਜਗਿਆਸੂ ਸਖੀ, ਪ੍ਰਿਯ ਪਤੀ ਪਰਮੇਸ਼ਰ ਦਾ ਪ੍ਰੇਮ ਪਿਆਰ ਧਾਰਨ ਕਰਕੇ ਸੁਭਾਵਕ ਹੀ ਮਨ ਹਿਰਦੇ ਵਿੱਚ ਆਨੰਦ ਧਾਰਨ ਕਰ। ਪ੍ਰਭ ਮਿਲਬੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋ ਰੀ ਰਹਾਉ। ਰੀ ਤੋਂ ਭਾਵ ਫਿਰ ਹੈ ਸਖੀ, ਜੇਕਰ ਤੈਨੂੰ ਪ੍ਰਭੂ ਪਰਮੇਸ਼ਰ ਨੂੰ ਮਿਲਣ ਦੀ ਲਾਲਸਾ ਇੱਛਾ ਹੈ ਤਾਂ ਫਿਰ ਤਿਸ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਤੋਂ ਆਲਸ ਦਲਿੱਦਰ ਕਿਉਂ ਕਰਦੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸੋ ਹੇ ਸਖੀ, ਵੇਖ ਤੈਨੂੰ ਮੈਂ ਹੁਣ ਇੱਕ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੀ ਹਾਂ। ਕਰ ਮਹਿ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਜਿਵੇਂ ਸਿਕੰਦਰ ਆਜਮ ਨੇ ਹੱਥਾਂ ਵਿੱਚ ਅੰਮ੍ਰਿਤ ਆਬੇ ਹਯਾਤ ਨੂੰ ਲਿਆ ਕੇ ਨਿਸਾਰਿਓ ਪ੍ਰਾਪਤ ਕੀਤਾ ਸੀ, ਭਾਵ ਬੁੱਕ ਭਰਿਆ ਸੀ, ਪਰੰਤੂ ਭਾਗਾਂ ਵਿੱਚ ਨਾ ਹੋਣ ਕਰਕੇ ਅੰਮ੍ਰਿਤ ਦਾ ਭਰਿਆ ਬੁੱਕ ਉਹਦੇ ਹੱਥਾਂ ਵਿੱਚੋਂ ਖਿਸਰ ਕੇ ਨਿਕਲ ਗਿਆ। ਉਸਨੇ ਭੂਮ ਧਰਤੀ ਉੱਤੇ ਡਾਰਿਓ ਸੁੱਟ ਦਿੱਤਾ। ਇੱਕ ਸਿਕੰਦਰ ਆਜਮ ਹੋਇਆ, ਉਸਨੇ ਸਾਰੀ ਦੁਨੀਆ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਉਹ ਆਬੇ ਹਯਾਤ ਨੂੰ ਭਾਲਦਾ ਭਾਲਦਾ ਪਹਾੜਾਂ ਨੂੰ ਚੀਰਦਾ, ਰਾਖਸ਼ਾਂ ਨਾਲ ਯੁੱਧ ਕਰਕੇ ਸੱਪਾਂ ਦੇ ਕੁੰਡ ਨੂੰ ਸ਼ਸਤਰਾਂ ਨਾਲ ਕੱਟ ਕੇ ਅੱਗੇ ਲੰਘਿਆ। ਅੱਗੇ ਇੱਕ ਭਿਆਨਕ ਚੱਕਰ ਚੱਲ ਰਿਹਾ ਸੀ ਜੋ ਵਿਦੇਸ਼ੀ ਦਾ ਸਿਰ ਕੱਟ ਦਿੰਦਾ ਸੀ। ਉਹ ਬਹੁਤ ਯਤਨ ਕਰਕੇ ਉਸ ਨੂੰ ਰੋਕ ਕੇ ਉੱਥੋਂ ਅੱਗੇ ਦੇਵਤਿਆਂ ਨਾਲ ਵੀ ਜੰਗ ਕਰਕੇ ਉਹਨਾਂ ਨੂੰ ਜਿੱਤਿਆ। ਫਿਰ ਆਬੇ ਹਯਾਤ ਕੁੰਡ ਪਾਸ ਪਹੁੰਚਿਆ। ਦੇਵਤਿਆਂ ਨੇ ਕਿਹਾ ਕਿ ਜੇਕਰ ਇਸ ਨੇ ਅੰਮ੍ਰਿਤ ਪੀ ਲਿਆ ਤਾਂ ਇਹ ਅਮਰ ਹੋ ਜਾਵੇਗਾ ਅਤੇ ਸਾਨੂੰ ਦੁੱਖ ਦੇਵੇਗਾ, ਸਾਡਾ ਸਾਰਾ ਰਾਜ ਭਾਗ ਖੋਹ ਲਵੇਗਾ। ਉਹਨਾਂ ਨੇ ਸਭਾ ਲਗਾਈ ਅਤੇ ਉਰਵਸੀ ਨੂੰ ਪ੍ਰੇਰ ਕੇ ਸਿਕੰਦਰ ਦੇ ਆਬੇ ਹਯਾਤ ਪੀਣ ਦੇ ਵਿੱਚ ਵਿਘਨ ਪਾਉਣ ਲਈ ਭੇਜਿਆ। ਉਹ ਇੱਕ ਗਿਲਜ ਦਾ ਰੂਪ ਧਾਰ ਕੇ ਆਬੇ ਹਯਾਤ ਦੇ ਕੁੰਡ ਪਾਸ ਜਾ ਕੇ ਬੈਠ ਗਈ, ਜਿਸ ਦੇ ਸਰੀਰ ਉੱਤੇ ਕੋਈ ਖੰਭ ਨਹੀਂ ਸੀ। ਖੂਨ ਸੁੱਕ ਚੁੱਕਾ ਸੀ, ਪੀਕ ਵਹਿ ਰਹੀ ਸੀ, ਜੈਸਾ ਕਿ 10 ਪਾਵਨ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਅੜਿਲ ਰੰਭਾ ਨਾਮ ਅਪਸਰਾ ਦਈ ਪਠਾਏ ਕੈ, ਬਿਰਧ ਰੂਪ ਖਗ ਕੋ ਧਰ ਬੈਠੀ ਆਏ ਕੈ। ਏਕ ਪੰਖ ਤਨ ਰਹਿਓ ਨਾ ਤਾਕੋ ਜਾਨੀਐ, ਹੋ ਜਾ ਤਨ ਲਹਿਓ ਨਾ ਜਾਏ ਘ੍ਰਿਣਾ ਜੀਐ ਠਾਨੀਐ। ਜਦੋਂ ਸਿਕੰਦਰ ਆਬੇ ਹਯਾਤ ਦਾ ਬੁੱਕ ਭਰ ਕੇ ਪੀਣ ਲੱਗਾ ਤਾਂ ਇਸ ਗਿਲਜ ਨੇ ਹੱਸਣ ਦੀ ਆਵਾਜ਼ ਕੀਤੀ। ਸਿਕੰਦਰ ਦੇ ਮਨ ਵਿੱਚ ਭਰਮ ਪੈ ਗਿਆ। ਉਸ ਨੇ ਕਿਹਾ ਕਿ ਹੇ ਨੀਚ ਗੀਧ, ਮੈਂ ਬੜੀਆਂ ਔਕੜਾਂ ਸਹਾਰ ਕੇ ਇਹ ਆਬੇ ਹਯਾਤ ਪੀਣ ਲੱਗਾ, ਪਰ ਤੇਰੇ ਹੱਸਣ ਦਾ ਕੀ ਕਾਰਨ ਹੈ। ਉਹ ਕਹਿਣ ਲੱਗੀ ਕਿ ਪੀ ਲੈ, ਜੇ ਮੈਂ ਤੈਨੂੰ ਦੱਸ ਦਿੱਤਾ ਤਾਂ ਤੂੰ ਪੀ ਨਹੀਂ ਸਕੇਗਾ।
ਸੋ ਕਹਿੰਦਾ ਕਿ ਪਹਿਲਾਂ ਦੱਸ ਕੀ ਕਾਰਨ ਹੈ। ਤਾਂ ਉਹ ਰੰਭਾ, ਜਿਸ ਨੇ ਗਿਲਜ ਦਾ ਰੂਪ ਧਾਰਿਆ ਹੋਇਆ ਸੀ, ਕਹਿਣ ਲੱਗੀ, ਆਬੇ ਹਯਾਤ ਪੀਣ ਦਾ ਭਾਵ ਹੈ ਕਿ ਅਮਰ ਹੋ ਜਾਈਦਾ ਹੈ, ਫਿਰ ਮਰੀਦਾ ਨਹੀਂ ਹੈ। ਮੈਂ ਵੀ ਇਹ ਖੋਟਾ ਪਾਣੀ ਪੀਤਾ ਹੈ। ਤੂੰ ਮੇਰੇ ਸਰੀਰ ਦੀ ਹਾਲਤ ਵੇਖ ਲੈ। ਜੋ ਦਸਮ ਗ੍ਰੰਥ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਦੇ ਹਨ। ਪੰਛੀ ਬਾਚ ਦੋਹਰਾ, ਪਛ ਏਕ ਤਨ ਨਾ ਰਹਿਓ, ਰਕਤ ਨ ਰਹਿਓ ਸਰੀਰ, ਤਨ ਨਾ ਛੁਟਤ ਦੁਖ ਸੌ ਜੀਅਤ, ਜਬ ਤੇ ਪੀਓ ਕੁਨੀਰ। ਚੌਪਈ, ਭਲਾ ਭਇਓ ਅੰਮ੍ਰਿਤ ਜਹ ਪੀ ਹੈ, ਹਮਰੀ ਭਾਂਤ ਬਹੁਤ ਦਿਨ ਜੀ ਹੈ। ਸੁਨ ਇਹ ਬਚਨ ਸਿਕੰਦਰ ਡਰਿਓ, ਪੀਅਤ ਹੁਤੋ ਮਦ ਪਾਨ ਨਾ ਕਰਿਓ। ਮੇਰੇ ਸਰੀਰ ਤੇ ਇੱਕ ਵੀ ਖੰਭ ਨਹੀਂ ਰਿਹਾ, ਖੂਨ ਸੁੱਕ ਗਿਆ, ਪੀਕ ਵਗਦੀ ਰਹਿੰਦੀ ਹੈ, ਪਰੰਤੂ ਜਾਨ ਨਿਕਲਦੀ ਨਹੀਂ। ਇਸ ਵਾਸਤੇ ਤੂੰ ਵੀ ਵਿਚਾਰ ਕਰ ਲੈ, ਫਿਰ ਜਾਨ ਨਹੀਂ ਨਿਕਲਣੀ। ਇਹ ਸੁਣ ਕੇ ਸਿਕੰਦਰ ਆਜ਼ਮ ਨੇ ਅੰਮ੍ਰਿਤ ਦਾ ਭਰਿਆ ਬੁੱਕ ਫਿਰ ਕੁੰਡ ਵਿੱਚ ਡੋਲ ਦਿੱਤਾ। ਜੈਸਾ ਕਿ ਪਾਵਨ ਵਾਕ ਹੈ, ਸ਼ਾਹ ਸਿਕੰਦਰ ਢੂੰਡੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ। ਪੀ ਤੋਸ ਨਾਹਿ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਹਿਬ ਨੂੰ ਆਖੈ ਐਉਂ ਨਹੀਂ ਇੰਝ ਕਰ। ਕਿਸੇ ਕਵੀ ਦੇ ਬੋਲ ਹਨ। ਸੋ ਇਸੇ ਪ੍ਰਕਾਰ ਜੀਵ ਸਿਕੰਦਰ ਬਾਦਸ਼ਾਹ ਦੀ ਨਿਆਈ ਹੈ, ਜੋ ਜੀਵ ਪੰਜਾਂ ਕੋਸ਼ਾਂ ਰੂਪ ਪਹਾੜਾਂ ਨੂੰ ਲੰਘ ਕੇ ਇੰਦਰੀਆਂ ਰੂਪੀ ਦੇਵਤਿਆਂ ਦਾ ਦਮਨ ਕਰਕੇ, ਸ਼ਬਦ ਸਪਰਸ਼ ਆਦਿ ਵਿਸ਼ਿਆਂ ਰੂਪ ਰਾਖਸ਼ਾਂ ਨੂੰ ਦਬਾ ਕੇ, ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਸੱਪਾਂ ਦੇ ਕੁੰਡ ਨੂੰ ਕੱਟ ਕੇ, ਫਿਰ ਮਨ ਰੂਪੀ ਚੱਕਰ ਨੂੰ ਵੀ ਰੋਕ ਕੇ ਇਹ ਆਤਮਾਨੰਦ ਰੂਪੀ ਆਬੇ ਹਯਾਤ ਕੁੰਡ ਦੇ ਕੋਲ ਪਹੁੰਚ ਗਿਆ। ਤਦੋਂ ਗਿਲਜ ਦੀ ਨਿਆਈ ਕਬੁੱਧੀ, ਜੋ ਵਿਵੇਕ ਬੈਰਾਗ ਦੇ ਖੰਭਾਂ ਤੋਂ ਹੀਣੀ ਅਤੇ ਜਿਸ ਦੇ ਵਿੱਚ ਪਾਪਾਂ ਰੂਪੀ ਪਾਕ ਹੈ, ਉਸ ਕਬੁੱਧੀ ਨੇ ਆਪਣਾ ਪ੍ਰਭਾਵ ਪਾ ਕੇ ਇਸ ਦੇ ਅੰਦਰ ਮਿੱਥਿਆ ਦ੍ਰਿਸ਼ਟੀ ਪੈਦਾ ਕੀਤੀ ਕਿ ਜੇਕਰ ਮੈਂ ਆਤਮਾਨੰਦ ਪ੍ਰਾਪਤ ਕਰ ਲਿਆ ਤਾਂ ਮੈਂ ਮੁਕਤ ਹੋ ਜਾਵਾਂਗਾ, ਫਿਰ ਸੰਸਾਰ ਦੇ ਸੁੱਖ ਕਿਵੇਂ ਭੋਗਾਂਗਾ, ਸੰਸਾਰ ਦੇ ਸਵਾਦ ਕੌਣ ਲਵੇਗਾ। ਇਉਂ ਮਨ ਬੁੱਧ ਰੂਪੀ ਹੱਥਾਂ ਵਿੱਚ ਪ੍ਰਾਪਤ ਹੋਇਆ ਆਤਮਾਨੰਦ ਰੂਪੀ ਆਬੇ ਹਯਾਤ ਕਬੁੱਧੀ ਕਰਕੇ ਗ੍ਰਹਿਣ ਨਾ ਹੋ ਸਕਿਆ। ਸੋ ਇਸੇ ਪ੍ਰਕਾਰ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਮਨੁੱਖਾ ਜਨਮ ਹੱਥ ਵਿੱਚ ਪ੍ਰਾਪਤ ਹੋਇਆ ਹੈ, ਭਾਵ ਕਿ ਇਸ ਜਨਮ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ, ਪਰੰਤੂ ਤੂੰ ਇਸ ਮਨੁੱਖਾ ਜਨਮ ਨੂੰ ਵਿਸ਼ਿਆਂ ਰੂਪੀ ਭੂਮ ਧਰਤੀ ਵਿੱਚ ਹੀ ਸੁੱਟ ਦਿੱਤਾ ਤੇ ਤੇਰਾ ਮਨ ਬੇਮੁਖ ਹੋਣ ਰੂਪ ਖਿਸਕ ਗਿਆ। ਸਾਧ ਮੋਹ ਲਾਦੀ ਅਹੰਕਾਰੇ, ਦੋਸ ਨਾਹੀ ਪ੍ਰਭ ਕਰਣੈ ਹਾਰੇ। ਹੇ ਸਖੀਏ, ਸਾਰੀ ਸ੍ਰਿਸ਼ਟੀ ਜਾਂ ਤੂੰ ਖਾਣ ਪੀਣ ਦੇ ਸਵਾਦਾਂ ਸੰਬੰਧੀਆਂ ਆਦਿ ਦੇ ਮੋਹ ਵਿੱਚ ਅਤੇ ਆਪਣੇ ਦੇਹ ਦੇ ਹੰਕਾਰੇ ਅਭਿਮਾਨ ਵਿੱਚ ਲੱਦੀ ਹੋਈ ਹੈ। ਕਰਣੈ ਹਾਰੇ, ਜਗਤ ਦੀ ਉਤਪਤੀ ਕਰਨ ਵਾਲੇ ਪਰਮੇਸ਼ਰ ਵਿੱਚ ਕੋਈ ਦੋਸ਼ ਨਹੀਂ ਹੈ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣ ਹਾਰੇ। ਜਦੋਂ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਸਰੂਪ ਦਾ ਭਰਮ ਸੰਸਾ ਤੇ ਅਗਿਆਨਤਾ ਦੇ ਹਨੇਰੇ ਮਿਟ ਜਾਂਦੇ ਹਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਦੋਂ ਸਿਰਜਣਹਾਰੇ ਰਚਣ ਵਾਲਾ ਪਰਮੇਸ਼ਰ ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ। ਆਸਾ ਮਹੱਲਾ ਪੰਜਵਾ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਹੇ ਪਿਆਰੇ ਪਰਮੇਸ਼ਰ, ਜਿਨ੍ਹਾਂ ਨੂੰ ਤੇਰੇ ਚਰਨ ਕਮਲਾਂ ਦੀ ਆਸ ਇੱਛਾ ਉਮੀਦ ਹੈ, ਉਹਨਾਂ ਨੂੰ ਵੇਖ ਕੇ ਜਮਦੂਤ ਵਿਚਾਰੇ ਦੂਰੋਂ ਹੀ ਨਸ ਭੱਜ ਜਾਂਦੇ ਹਨ। ਉਹਨਾਂ ਵਿਚਾਰੇ ਵਿਚਾਰਵਾਨਾਂ ਦੇ ਕੋਲੋਂ ਜਮਾਂ ਦੇ ਦੂਤ ਨਸ ਜਾਂਦੇ ਹਨ। ਤੂੰ ਚਿਤ ਆਵਹਿ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਇਆ ਰਹਾਉ। ਹੇ ਮਹਾਰਾਜ, ਜਦੋਂ ਤੁਹਾਡੀ ਮਾਇਆ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਤਦੋਂ ਤੁਸੀਂ ਚੇਤੇ ਆਉਂਦੇ ਹੋ। ਤੁਹਾਡੇ ਨਾਮ ਦਾ ਸਿਮਰਨ ਕਰਨ ਨਾਲ ਅਗਿਆਨ ਆਦਿਕ ਸਾਰਾ ਰੋਗ ਦੁੱਖ ਖਇਆ ਕਹੀਏ ਖੈ ਭਾਵ ਨਾਸ ਹੋ ਜਾਂਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅਨਕ ਦੂਖ ਦੇਵਹਿ ਅਵਰਾ ਕਉ, ਪਹੁੰਚ ਨ ਸਾਕਹਿ ਜਨ ਤੇਰੇ ਕਉ। ਹੇ ਮਹਾਰਾਜ, ਇਹ ਜਮਦੂਤ ਹੋਰਨਾਂ ਮਨਮੁੱਖਾਂ ਨੂੰ ਤਾਂ ਅਨਕ ਕਹੀਏ ਅਨੰਤ ਦੁੱਖ ਕਸ਼ਟ ਦਿੰਦੇ ਹਨ, ਪਰੰਤੂ ਤੁਹਾਡੇ ਜਨ ਸੇਵਕਾਂ ਤਾਈਂ ਇਹ ਪਹੁੰਚ ਅੱਪੜ ਨਹੀਂ ਸਕਦੇ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਹੇ ਮਹਾਰਾਜ, ਜਿਨ੍ਹਾਂ ਗੁਰਮੁਖਾਂ ਨੂੰ
ਮਨ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਤ੍ਰੇਹ ਲੱਗੀ ਹੋਈ ਆ। ਉਹ ਸੰਸਾਰ ਤੋਂ ਉਪਰਾਮ ਹੋ ਕੇ ਗਿਆਨ ਦੇ ਸਹਿਤ ਆਨੰਦ ਸਰੂਪ ਵਿੱਚ ਵਸਦੇ ਹਨ। ਨਾਨਕ ਕੀ ਅਰਦਾਸ ਸੁਣੀਜੈ, ਕੇਵਲ ਨਾਮ ਹਿਰਦੇ ਮਹਿ ਦੀਜੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਸਾਡੇ ਜਨਾਂ ਦੀ ਅਰਦਾਸ ਬੇਨਤੀ ਸੁਣਨੀ ਕਰੋ। ਕੇਵਲ ਸਿਰਫ ਆਪਣਾ ਨਾਮ ਹੀ ਸਾਡੇ ਹਿਰਦੇ ਵਿੱਚ ਦੀਜੈ ਕਿ ਇਹ ਦੇਣਾ ਕਰੋ। ਆਸਾ ਮਹੱਲਾ ਪੰਜਵਾ। ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਹੇ ਭਾਈ, ਉਸ ਵੇਲੇ ਸਾਡਾ ਮਨ ਹਿਰਦਾ ਵੀ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਰੱਜ ਗਿਆ ਤੇ ਹੰਗਤਾ ਮਮਤਾ ਜੰਮਣ ਮਰਨ ਆਦਿ ਦੇ ਜੰਜਾਲ ਬੰਧਨ ਵੀ ਨਾਸ ਹੋ ਗਏ। ਜਦੋਂ ਆਪਣਾ ਪ੍ਰਭੂ ਪਰਮੇਸ਼ਰ ਕਿਰਪਾਲੂ ਦਿਆਲੂ ਹੋਇਆ, ਸੰਤ ਪ੍ਰਸਾਦ ਭਲੀ ਬਣੀ। ਸੰਤ ਸ਼ਾਂਤ ਚਿਤ ਮਹਾਂਪੁਰਖਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਸਾਡੀ ਜ਼ਿੰਦਗੀ ਭਲੀ ਚੰਗੀ ਸੋਹਣੀ ਬਣ ਗਈ ਹੈ। ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਧਨੀ ਰਹਾਉ। ਹੇ ਭਾਈ, ਜਿਸ ਵਾਹਿਗੁਰੂ ਦੇ ਗ੍ਰਹਿ ਘਰ ਸੱਚਖੰਡ ਵਿੱਚ ਸਾਰਾ ਕੁਝ ਹੀ ਪੂਰਨ ਹੈ, ਉਹ ਨਿਰਭੈ ਭੈ ਤੋਂ ਰਹਿਤ ਧਨੀ ਮਾਲਕ ਸਾਨੂੰ ਭੇਟਿਆ ਮਿਲ ਗਿਆ ਹੈ। ਰਹਾਉ ਨਾਮ ਦਿਰੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾ ਬਿਕਰਾਲ। ਕਿਰਪਾਲ ਦਿਆਲੂ ਸਾਧ ਸੰਤ ਜਨਾਂ ਨੇ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾਇਆ ਹੈ। ਜੋ ਮਹਾਂ ਬਹੁਤ ਬਿਕਰਾਲ ਭਿਆਨਕ ਆਸਾ ਰੂਪੀ ਭੁੱਖ ਲੱਗੀ ਹੋਈ ਸੀ, ਉਹ ਵੀ ਮਿਟ ਗਈ, ਨਾਸ ਹੋ ਗਈ। ਠਾਕੁਰ ਆਪਣੇ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸ਼ਾਂਤ। ਜਦੋਂ ਆਪਣੇ ਠਾਕੁਰ ਸੁਆਮੀ ਪਰਮੇਸ਼ਰ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਦੇਣਾ ਕੀਤੀ, ਉਦੋਂ ਤ੍ਰਿਸ਼ਨਾ ਆਦਿ ਦੀ ਜਲਨ ਤਪਤ ਬੁਝ ਗਈ ਅਤੇ ਮਨ ਹਿਰਦੇ ਵਿੱਚ ਸ਼ਾਂਤੀ ਹੋ ਗਈ। ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ। ਉਸ ਵੇਲੇ ਸਾਰੀ ਭਾਲ ਖੋਜ ਵੀ ਮਿਟ ਗਈ, ਨਿਵਰਤ ਹੋ ਗਈ ਅਤੇ ਮਨ ਹਿਰਦਾ ਵੀ ਸਹਿਜ ਗਿਆਨ ਅਵਸਥਾ ਵਿੱਚ ਸਮਾ ਗਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਅਸੀਂ ਗੁਰਾਂ ਪਾਸੋਂ ਨਾਮ ਦਾ ਖਜ਼ਾਨਾ ਕਹੀਏ ਭੰਡਾਰਾ ਪ੍ਰਾਪਤ ਕੀਤਾ। ਆਸਾ ਮਹੱਲਾ ਪੰਜਵਾ। ਠਾਕੁਰ ਸਿਓ ਜਾ ਕੀ ਬਨ ਆਈ, ਭੋਜਨ ਪੂਰਨ ਰਹੇ ਅਗਾਈ। ਹੇ ਭਾਈ, ਜਿਨ੍ਹਾਂ ਦੀ ਠਾਕੁਰ ਮਾਲਕ ਪਰਮੇਸ਼ਰ ਦੇ ਨਾਲ ਪ੍ਰੀਤੀ ਬਣ ਆਈ ਹੈ, ਉਹ ਬ੍ਰਹਮ ਗਿਆਨ ਰੂਪੀ ਪੂਰੇ ਭੋਜਨ ਖਾਣ ਯੋਗ ਪਦਾਰਥ ਨੂੰ ਛਕ ਕੇ ਅਗਾਈ ਕੀਏ ਤ੍ਰਿਪਤ ਹੋ ਰਹੇ ਆ। ਕਛੂ ਨ ਥੋਰਾ ਹਰ ਭਗਤਨ ਕੋ, ਖਾਤ ਖਰਚਿਤ ਬਿਲਸ਼ਿਤ ਦੇਵਨ ਕੋ। ਰਹਾਉ ਹਰੀ ਪਰਮੇਸ਼ਰ ਦੇ ਸੇਵਕ ਜਨਾਂ ਨੂੰ ਕੁਝ ਵੀ ਥੋੜ ਨਹੀਂ ਰਹਿ ਜਾਂਦੀ। ਆਪ ਜਪਣ ਰੂਪ ਖਾਂਦੇ ਹਨ, ਹੋਰਨਾਂ ਨੂੰ ਜਪਾਉਣ ਰੂਪ ਖਰਚਦੇ ਹਨ ਅਤੇ ਸੰਬੰਧੀਆਂ ਆਦਿ ਨੂੰ ਬਿਲਸ਼ਤ ਆਨੰਦ ਪੂਰਵਕ ਗਿਆਨ ਦੇਣ ਨੂੰ ਵੀ ਕੁਝ ਥੋੜ ਨਹੀਂ ਆਉਂਦੀ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਾ ਕਾ ਧਨੀ ਅਗਮ ਗੁਸਾਈ, ਮਾਨੁਖ ਕੀ ਕਹੋ ਕੇਤ ਚਲਾਈ। ਜਿਨ੍ਹਾਂ ਦਾ ਧਨੀ ਮਾਲਕ ਸੁਆਮੀ ਅਗਮ ਅਗਮਤਾ ਤੋਂ ਰਹਿਤ ਗੁਸਾਈ ਪ੍ਰਿਥਵੀ ਦਾ ਮਾਲਕ ਪਰਮੇਸ਼ਰ ਆਪ ਹੈ, ਫਿਰ ਕਹੋ ਦੱਸੋ ਖਾਂ ਉਹਨਾਂ ਦੇ ਬਰਾਬਰ ਕਿਸੇ ਮਨੁੱਖ ਪੁਰਸ਼ ਦੀ ਕੀ ਪੇਸ਼ ਚਲਾਈ ਚੱਲ ਸਕਦੀ ਹੈ। ਭਾਵ ਕੋਈ ਵਾਹ ਪੇਸ਼ ਨਹੀਂ ਚੱਲਦੀ। ਜਾ ਕੀ ਸੇਵਾ 10 ਅਸ਼ਟ ਸਿਧਾਈ, ਪਲਕ ਦਿਸਟ ਤਾ ਕੀ ਲਾਗੋ ਪਾਈ। ਜਿਸ ਵਾਹਿਗੁਰੂ ਦੀ ਭਗਤੀ ਰੂਪੀ ਸੇਵਾ ਟਹਿਲ ਵਿੱਚ 10 ਤੇ ਅਸ਼ਟ 8 18 ਸਿੱਧੀਆਂ ਨਿਵਾਸ ਕਰਦੀਆਂ ਹਨ। ਜੇਕਰ ਉਹ ਪਰਮੇਸ਼ਰ ਪਲਕ ਨਿਮਖ ਮਾਤਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਉਹ 18 ਸਿੱਧੀਆਂ ਜੀਵ ਦੀ ਪਾਈ ਚਰਨੀ ਲੱਗ ਜਾਂਦੀਆਂ, ਜਿਸ ਦੀ ਕਿਰਪਾ ਕਰਕੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਉਸ ਵਾਹਿਗੁਰੂ ਦੀ ਚਰਨੀ ਲੱਗਣਾ ਕਰੀਏ। ਜਾ ਕੋ ਦਇਆ ਕਰੋ ਮੇਰੇ ਸੁਆਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਹੇ ਮੇਰੇ ਸਾਡੇ ਸੁਆਮੀ ਮਾਲਕ ਪਰਮੇਸ਼ਵਰ ਵਾਹਿਗੁਰੂ, ਜਿਨ੍ਹਾਂ ਦੇ ਤਾਈਂ ਤੁਸੀਂ ਦਇਆ ਕਿਰਪਾ ਦ੍ਰਿਸ਼ਟੀ ਕਰਦੇ ਹੋ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਸ਼ਾਂ ਨੂੰ ਕੋਈ ਵੀ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਕਾਮੀ ਕਹੀਏ ਕਮੀ ਭਾਵ ਥੋੜ ਨਹੀਂ ਰਹਿ ਜਾਂਦੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।